ਤੁਹਾਡੇ ਜੀਵਾਂ ਦੇ ਚਿਹਰਿਆਂ ਤੇ ਖੁਸ਼ੀ ਦੇਖ ਕੇ, ਦਿਲਾਂ 'ਚ ਪਿਆਰ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ, ਬਹੁਤ ਆਨੰਦ ਆਇਆ। ਕਿਉਂਕਿ ਅਸੀਂ ਕਈ ਵਾਰ ਦੱਸੀਦਾ ਹੈ ਕਿ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ, ਗੁਰੂ ਰਹਿਬਰ ਪੀਰ ਫਕੀਰ ਤਾਂ ਹਮੇਸ਼ਾ ਹੀ ਆਨੰਦ ਵਰਸਾਉਂਦੇ ਹੈ। ਉਹ ਤਾਂ ਹਮੇਸ਼ਾ ਹੀ ਸਭ ਦੀਆਂ ਝੋਲੀਆਂ ਆਨੰਦ ਦੇ ਨਾਲ, ਖੁਸ਼ੀਆਂ ਦੇ ਨਾਲ ਭਰਦੇ ਆ। ਪਰ ਕੋਈ ਜਗ੍ਹਾ ਐਸੀ ਹੁੰਦੀ ਜਿੱਥੇ ਜਾ ਕੇ ਉਹਨਾਂ ਨੂੰ ਆਪ ਨੂੰ ਬੜਾ ਆਨੰਦ ਆਉਂਦਾ ਹੈ, ਆਪ ਨੂੰ ਬੜੀ ਖੁਸ਼ੀ ਹੁੰਦੀ ਹੈ। ਔਰ ਅੱਜ ਇਹ ਵੀ ਅਸਥਾਨ ਉਸ ਅਸਥਾਨ 'ਚੋਂ ਅਸੀਂ ਕਵਾਂਗੇ ਜਿੱਥੇ ਆ ਕੇ ਬੜਾ ਆਨੰਦ ਆਇਆ। ਤੁਹਾਨੂੰ ਪਿਆਰ 'ਚ ਨੱਚਦਿਆਂ ਦੇਖ ਕੇ, ਪਿਆਰ ਦੇ ਵਿੱਚ, ਖੁਸ਼ੀ ਦੇ ਨਾਲ ਤੁਸੀਂ ਉਸ ਮਾਲਕ ਦੇ ਇਸ਼ਕ ਵਿੱਚ ਨੱਚ ਰਹੇ ਸੀ। ਔਰ ਜਦੋਂ ਇਨਸਾਨ ਪ੍ਰੇਮ ਦੇ ਨਾਲ, ਖੁਸ਼ੀ ਦੇ ਨਾਲ ਕੋਈ ਵੀ ਕਰਮ ਕਰਦਾ ਹੈ ਤਾਂ ਉਹੀ ਮਾਲਕ ਦੇ ਘਰ 'ਚ ਕਬੂਲ ਹੁੰਦਾ ਹੈ। ਇਸ ਲਈ ਇਹ ਤੁਸੀਂ ਨੱਚੇ ਨਹੀਂ ਹੋ। ਇਹ ਜਿੰਨੀ ਦੇਰ ਵੀ ਤੁਸੀਂ ਦੋ ਸ਼ਬਦਾਂ ਦੇ ਉੱਪਰ, ਜਿਹਨੇ ਜੀਵ ਨੇ ਵੀ ਚਾਹੇ ਥੋੜਾ ਨੱਚਿਆ ਚਾਹੇ ਬਹੁਤਾ ਨੱਚਿਆ, ਇਹ ਤੁਸੀਂ ਨੱਚੇ ਨਹੀਂ ਹੋ। ਇਹ ਕੀ ਕੀਤਾ ਹੈ ਤੁਸੀਂ? ਨੱਚਣਾ ਵੀ ਇਬਾਦਤ ਬਣ ਜਾਂਦਾ, ਪਰ ਨੱਚਣੇ ਦਾ ਜੇ ਚੱਜ ਹੋਵੇ, ਇਹ ਤੁਸੀਂ ਇਬਾਦਤ ਕੀਤੀ ਹੈ। ਔਰ ਇਬਾਦਤ ਕਰਨ ਦੇ ਨਾਲ ਹੀ ਇਨਸਾਨ ਦੀ ਗੱਲ ਬਣਦੀ ਹੈ। ਜਿੱਦਾਂ ਇੱਕ ਬੜਾ ਪਿਆਰਾ ਸ਼ਬਦ ਹੈ ਨਾ ਕਿ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ। ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ। ਕਿ ਪ੍ਰਭੂ ਦਾ ਸਿਮਰਨ ਕਰਿਆ ਕਰ, ਉਸ ਪਰਮਾਤਮਾ ਦੀ ਬੰਦਗੀ ਕਰਿਆ ਕਰ, ਉਸ ਪਰਮਾਤਮਾ ਦੀ ਭਗਤੀ ਕਰਿਆ ਕਰ। ਕਿਉਂਕਿ ਜੋ ਵੀ ਉਸ ਦੀ ਭਗਤੀ ਕਰਦਾ ਹੈ, ਜੋ ਵੀ ਉਹਦਾ ਸਿਮਰਨ ਕਰਦਾ ਹੈ, ਜੋ ਵੀ ਉਹਦੀ ਇਬਾਦਤ ਕਰਦਾ ਹੈ, ਉਹਦੀ ਗੱਲ ਇੱਕ ਦਿਨ ਬਣਦੀ ਜ਼ਰੂਰ ਹੈ। ਇਹ ਕਦੀ ਨਹੀਂ ਹੋਇਆ ਕਿ ਇਨਸਾਨ ਉਹਦੀ ਇਬਾਦਤ ਕਰੇ, ਉਹਦਾ ਸਿਮਰਨ ਕਰੇ, ਉਹਦਾ ਨਾਮ ਜਪੇ ਤਾਂ ਉਹਦੀ ਗੱਲ ਨਾ ਬਣੇ। ਅਗਰ ਸਿਮਰਨ ਕਰਾਂਗੇ, ਦਿਲੋਂ ਸਿਮਰਨ ਕਰਾਂਗੇ, ਸੱਚੇ ਦਿਲੋਂ ਯਾਦ ਕਰਾਂਗੇ ਤਾਂ ਗੱਲ ਜ਼ਰੂਰ ਬਣਦੀ ਹੈ। ਚਾਹੇ ਅੱਜ ਬਣ ਜਾਵੇ, ਚਾਹੇ ਕੱਲ ਬਣ ਜਾਵੇ, ਪਰ ਬਣਦੀ ਜ਼ਰੂਰ ਹੈ। ਕਿਉਂਕਿ ਉਹਨੂੰ ਪੁਕਾਰ ਕੇ, ਉਹਦਾ ਸਿਮਰਨ ਕਰਕੇ ਕਦੀ ਵੀ ਕੋਈ ਨਾ ਉਮੀਦ ਨਹੀਂ ਰਿਹਾ। ਉਹਦੀ ਉਮੀਦ ਉਸ ਮਾਲਿਕ ਨੇ ਪੂਰੀ ਵੀ ਜ਼ਰੂਰ ਕੀਤੀ ਹੈ। ਔਰ ਫਿਰ ਇਹ ਤੁਹਾਡੇ ਪਿਆਰ ਨੂੰ ਦੇਖਦੇ ਹੋਏ, ਜਦੋਂ ਚਲੇ ਸੀ ਤਾਂ ਕਿੰਨੀ ਗਰਮੀ ਸੀ, ਕਿੰਨੀ ਧੁੱਪ ਸੀ, ਪਰ ਹੁਣ ਤੁਸੀਂ ਦੇਖ ਰਹੇ ਹੋ ਕਿੰਨਾ ਠੰਡੀਆਂ ਹਵਾਵਾਂ ਵਗ ਰਹੀਆਂ ਹੈ। ਮੌਸਮ ਦੇ ਅੰਦਰ ਕਿੰਨੀ ਠੰਡਕ ਆ ਗਈ ਹੈ, ਠੰਡੀਆਂ ਹਵਾਵਾਂ ਚੱਲ ਰਹੀਆਂ ਹੈ। ਇੱਥੋਂ ਪਤਾ ਲੱਗਦਾ ਹੈ ਕਿ ਜਦੋਂ ਇਨਸਾਨ ਉਸ ਮਾਲਿਕ ਦੀ ਸ਼ਰਨ ਵਿੱਚ ਆ ਜਾਵੇ, ਉਸ ਮਾਲਿਕ ਦਾ ਹੋ ਜਾਵੇ, ਤਾਂ ਮਾਲਿਕ ਦੁੱਖਾਂ ਦੇ ਤਾਪ ਨੂੰ ਦੂਰ ਕਰਕੇ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਦੀ ਹਵਾ ਵਗਾ ਦਿੰਦਾ ਹੈ, ਖੁਸ਼ੀਆਂ ਦੀ ਹਵਾ ਚਲਾ ਦਿੰਦਾ ਹੈ। ਔਰ ਕਈ ਵਾਰਾਂ ਜ਼ਰਾ ਗੌਰ ਕਰਨਾ, ਜਦੋਂ ਆ ਰਹੇ ਸੀ ਧੁੱਪ ਸੀ, ਤੁਸੀਂ ਧੁੱਪ ਵਿੱਚ ਨੱਚ ਰਹੇ ਸੀ, ਪਰ ਹੁਣ ਬੱਦਲ ਗਰਜ ਰਹੇ ਹੈ, ਆਵਾਜ਼ ਆ ਰਹੀ ਹੈ ਬੱਦਲਾਂ ਦੇ ਗਰਜਣ ਦੀ। ਹੋ ਸਕਦਾ ਬਾਰਿਸ਼ ਵੀ ਸ਼ੁਰੂ ਹੋ ਜਾਵੇ। ਹੁਣ ਮਾਲਿਕ ਨੇ ਇਹ ਵੀ ਦੇਖਣਾ ਹੈ ਕਿ ਕਿਹੜਾ ਪਾਣੀ ਤੋਂ ਡਰਦਾ ਮੇਰੀ ਰਹਿਮਤ ਤੋਂ ਦੂਰ ਚਲਾ ਜਾਂਦਾ ਹੈ, ਤਾਂ ਕਿਹੜਾ ਐਸਾ ਹੈ ਜੋ ਮੇਰੀ ਰਹਿਮਤ ਨੂੰ ਸੰਭਾਲਣ ਦੀ ਖਾਤਰ। ਕਿਉਂਕਿ ਕਈ ਹੁੰਦੇ ਜੋ ਆਪਣੇ ਕੱਪੜੇ ਦੀ ਫਿਕਰ ਕਰਦੇ ਹੈ, ਆਪਣੇ ਸਮਾਨ ਦੀ ਫਿਕਰ ਕਰਦੇ ਔਰ ਉੱਠ ਕੇ ਦੌੜ ਪੈਂਦੇ। ਪਰ ਇੱਕ ਗੱਲ ਯਾਦ ਰੱਖੋ ਕਿ ਕੱਪੜਾ, ਸਮਾਨ, ਹੁਣ ਜ਼ਰਾ ਗੌਰ ਕਰਨਾ, ਜਿੱਦਾਂ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਦੱਸਿਆ ਹੈ। ਭਗਤ ਕਬੀਰ ਜੀ ਆਪਣੀ ਬਾਣੀ 'ਚ ਸਾਫ਼ ਲਫ਼ਜ਼ਾਂ 'ਚ ਕਹਿੰਦੇ ਕਿ ਇਹ ਪ੍ਰਾਣੀ ਸੰਭਾਲਣਾ ਹੈ ਤਾਂ ਪ੍ਰਭੂ ਦੇ ਨਾਮ ਨੂੰ ਸੰਭਾਲ, ਸੰਭਾਲਣਾ ਹੈ ਤਾਂ ਇਹਨਾਂ ਘੜੀਆਂ ਨੂੰ ਸੰਭਾਲ। ਕਿਉਂਕਿ ਇਹ ਘੜੀਆਂ, ਇਹ ਪਲ ਖੁਸ਼ੀ ਦੇ ਪਲ ਹੈ, ਆਨੰਦ ਦੇ ਪਲ ਹੈ। ਇਸ ਲਈ ਸਾਰੀਆਂ ਚਿੰਤਾਵਾਂ ਛੱਡ ਦੇ, ਸਾਰੀਆਂ ਫਿਕਰਾਂ ਛੱਡ ਦੇ। ਛੱਡਦੇ ਫਿਕਰ ਘਰ 'ਚ ਕੀ ਹੋ ਰਿਹਾ, ਛੱਡਦੇ ਫਿਕਰ ਦੁਕਾਨ ਤੇ ਕੀ ਹੋ ਰਿਹਾ ਹੈ। ਅਗਰ ਸਾਰੀ ਚਿੰਤਾ, ਸਾਰੀ ਟੈਨਸ਼ਨ, ਸਾਰੀ ਫਿਕਰ ਛੱਡਾਂਗੇ ਤਾਂ ਹੀ ਇਸ ਪਲ ਦਾ ਅਸੀਂ ਪੂਰਾ ਆਨੰਦ ਮਾਣਾਂਗੇ। ਇਸ ਲਈ ਇਹ ਪਲ ਖੁਸ਼ੀ ਦਾ ਪਲ ਹੈ। ਇੱਕ ਵਾਰ ਇੱਕ ਆਦਮੀ ਨੇ ਬਾਬਾ ਫਰੀਦ ਤੋਂ ਪੁੱਛਿਆ ਕਿ ਮਹਾਰਾਜ, ਇਨਸਾਨ ਦੇ ਜੀਵਨ 'ਚ ਦੁੱਖ ਹੀ ਰਹਿੰਦੇ, ਕਦੀ ਖੁਸ਼ੀਆਂ ਦੇ ਪਲ ਕਿਉਂ ਨਹੀਂ ਆਉਂਦੇ? ਬਾਬਾ ਫਰੀਦ ਨੇ ਕਿਹਾ ਇਹ ਗੱਲ ਗਲਤ ਹੈ। ਪਰਮਾਤਮਾ ਸਭ ਦੇ ਜੀਵਨ 'ਚ ਖੁਸ਼ੀਆਂ ਦੇ ਪਲ ਲਿਆਂਦਾ ਹੈ, ਪਰ ਇਨਸਾਨ ਉਹਨਾਂ ਪਲਾਂ ਨੂੰ ਆਪ ਹੀ ਗਵਾ ਲੈਂਦਾ ਹੈ। ਉਹ ਕਿਉਂ? ਕਿਉਂਕਿ ਜਦੋਂ ਖੁਸ਼ੀਆਂ ਦਾ ਪਲ ਆਉਂਦਾ ਤਾਂ ਉਹ ਖੁਸ਼ੀਆਂ ਦੇ ਪਲਾਂ 'ਚ ਵੀ ਇਨਸਾਨ ਆਪਣੀਆਂ ਪੁਰਾਣੀਆਂ ਚਿੰਤਾਵਾਂ ਲੈ ਕੇ ਹੀ ਬੈਠਾ ਰਹਿੰਦਾ ਹੈ। ਉਹ ਖੁਸ਼ੀ ਦਾ ਪਲ ਆਉਂਦਾ ਹੈ ਔਰ ਗੁਜ਼ਰ ਜਾਂਦਾ ਹੈ। ਹੁਣ ਇਸ ਵੇਲੇ ਤੁਸੀਂ ਬੈਠੇ ਹੋ ਸਤਸੰਗ ਦੇ ਵਿੱਚ, ਜਦੋਂ ਇਨਸਾਨ ਬੈਠਦਾ ਹੈ ਤਾਂ ਉਸ ਤੋਂ ਵੱਧ ਕੇ ਪਲ ਹੋਰ ਕੋਈ ਰਹਿਮਤ ਦਾ ਪਲ ਨਹੀਂ ਹੁੰਦਾ, ਹੋਰ ਕੋਈ ਖੁਸ਼ੀ ਦਾ ਪਲ ਨਹੀਂ ਹੁੰਦਾ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਜਿੱਥੇ ਪ੍ਰਭੂ ਦਾ ਵਾਸ ਹੈ, ਜਦੋਂ ਇਨਸਾਨ ਉੱਥੇ ਬੈਠਾ ਹੋਵੇ ਤਾਂ ਇਹ ਤੋਂ ਵੱਧ ਕੇ ਹੋਰ ਕਿਹੜਾ ਪਲ ਹੈ ਜਿਹੜਾ ਇਨਸਾਨ ਦੇ ਵਾਸਤੇ ਖੁਸ਼ੀ ਦਾ ਹੋਵੇ, ਆਨੰਦ ਦਾ ਹੋਵੇ। ਜੇ ਉੱਥੇ ਬੈਠ ਕੇ ਵੀ, ਸਤਸੰਗ ਵਿੱਚ ਬੈਠ ਕੇ ਵੀ ਅਸੀਂ ਆਪਣੇ ਜੀਵਨ ਨੂੰ ਆਨੰਦ ਨਾਲ ਨਾ ਭਰ ਪਾਏ, ਉਹ ਖੁਸ਼ੀ ਦੇ ਪਲਾਂ ਦਾ ਪੂਰਾ ਆਨੰਦ ਨਾ ਲੈ ਪਾਏ, ਉੱਥੇ ਵੀ ਅਸੀਂ ਆ ਕੇ ਦੁਨੀਆ ਦੀ ਚਿੰਤਾ, ਸੰਸਾਰ ਦੀ ਚਿੰਤਾ, ਕਾਰੋਬਾਰ ਦੀ ਚਿੰਤਾ, ਪਰਿਵਾਰ ਦੀ ਚਿੰਤਾ ਲੈ ਕੇ ਅਗਰ ਬੈਠੇ ਤਾਂ ਉਹ ਖੁਸ਼ੀ ਦਾ ਪਲ ਆਇਆ ਔਰ ਗੁਜ਼ਰ ਗਿਆ।
इंसान नूं पता भी नहीं लगता। वो फिर इंसान कहता जी मेरे जीवन च कदी खुशियां दे पल नहीं आते, मेरे जीवन च कदी खुशी नहीं आती। खुशी तो सब दे जीवन च आती है, पर इंसान नूं स्वागत करना नहीं आता, बंदे नूं ओहदा इंजॉय करना, उहनूं मनना नहीं आता। क्योंकि बंदा चाहे पास्ट की पिछली चिंता में बैठा रहता है या फ्यूचर की आने वाले कल की चिंता च बैठा रहता है, पर एक गल याद रखो, जो कल चला गया वो भी इंसान के हाथ नहीं है, तो जो आने वाला कल है वो भी इंसान के हाथ नहीं है। हुण जो कल चला गया ना वो हाथ विच है, जो कल आने वाला ना वो हाथ विच है, पर जिहड़ा अज दा पल है वो साडे हाथ विच है। पर असी गुजरे हुए कल या आने वाले कल दे विच इन्ना मगन हो जाते हैं, जो इन्नी चिंता नाल भर जाते हैं कि कल की होएगा, जो गुजरे कल च आ हो गया, जिहड़ा अज है असी अज नूं भी गवा लैंदे हैं, अज दे पल नूं भी असी गवा के वो रहमत, वो बख्शिश, वो आनंद तो वांझे रह जाते हैं। इसलिए खुशियां का पल है, इसलिए असी चाहांगे एक एक पल का तुसी आनंद लो, एक एक पल तुहाडे चेहरे ते मुस्कुराहट होवे, एक एक पल तुहाडा चेहरा फुल्लां दी तरह खिलिया होवे, ताकि जदों घरां नूं जाओ तां घरदिआं नूं भी पता लगे कि जदों घरों गए सी ते इन्हां दे चेहरे मुरझाए होए सी, इन्हां दे चेहरे कुछ होर सी, पर हुण जदों सत्संग चों आए है, मालिक दे दर्शन करके जदों आए है, तो इन्हां दे चेहरिਆਂ ते अलग ही खुशी है, एक अलग ही नूर है, एक अलग ही चमक है। और वो चमक फेर ही होएगी जदों तुहाडे चेहरिਆਂ ते मुस्कुराहट होएगी। तुहानूं किहा सी बरसात होनी है शुरू, हुण हो गई है। इसलिए पहले इशारा करना पिया कि किते बारिश नूं देख के उठ के इंसान ये ना सोचे घर संभाला, कपड़े भिजने, कपड़े सुकने पाए है वो भिज ना जान, या मेरी बार आ चीज़ ना भेज जाए उन्होंने संभाला। ये साजो समान ये चीज़ां तो फिर भी बन जाणगियां, पर आ जिहड़ी रहमत है, आ जिहड़ी बख्शिश है, कपड़ा तो उदा भी भिजदा है, बंदा सुकांदा है। एक गल बड़ी हैरानी दी हुंदी कि बंदा कहंदा तार ते कपड़े पाए है किते भिज ना जाण, नहीं तार ते पाए सी, भिजे ही पाए सी, जे पहला भिजे पाए सी हुण सुक सकदे आ तां हुण भिज गए, तां काहदी चिंता है, दोबारा फिर सुक जाणगे, ओहदी चिंता विच घर नूं की दौड़ना। पर बंदे दी सोच, बंदे दी समझ, इसलिए इस वेले आनंद लैण वास्ते बैठे हैं। बाकी जे तुहानूं जीवां नूं परेशानी होवे, क्योंकि जिद्दां ही पहले दस्सिया कि गुरुआं रहबरां फकीरां दा करम तां हुंदा रहमत वंडना, किसी नूं परेशान करना नहीं। इसलिए अगर बारिश में परेशानी जदों आएगी असी सत्संग उसते ही बंद कर देना है, जिन्ना चਿਰ तुसीं आनंद लै रहे हो ठीक है, क्योंकि सत्संग का एक एक पल बड़ा कीमती हुंदा है। जिद्दां एक शब्द अंदर आया भी है, बड़े खुले लफ्ज़ां च दस्सिया है कि रूप गुणी कुलवंत और रूप गुणी कुलवंत और जो होवे तनवंत, सत्संग बिन शोभा नहीं बिष्टा नरक पड़ंत। कि इंसान चाहे जिन्ना मर्जी सोहना होवे, रूप जिन्ना मर्जी इंसान नूं रूप चढ़िया होवे, जिन्ना मर्जी सुंदर होवे, और चाहे जिन्ने मर्जी इंसान अंदर गुण होण, क्योंकि दुनिया रूप नूं देखदी है, दुनिया गुणा नूं देखदी है। इसलिए कोई जिन्ना मर्जी सोहना होवे, जिन्ने मर्जी किसी अंदर गुण होण, रूप गुणी कुलवंत और चाहे जिन्ने मर्जी उच्चे कुल दा होवे, धनवंत और चाहे जिन्ना मर्जी धनी होवे। बेशक इंसान को रूप भी है, धन भी है, भी है, सब कुछ है इंसान को, पर अगर वो इंसान कदी फकीरां, गुरुआं, रहबरां, संतां दी संगत विच नहीं बैठदा, सतसंग विच नहीं बैठदा, तो वो सब कुछ ਉਹਦੇ वास्ते व्यर्थ हो जाता है। क्योंकि ना रूप ने काम आना है, ना धन ने, ना गुणा ने, तो ना ही उच्ची कुल ने काम आना है। इसलिए इस शब्द अंदर दसिया है कि सत्संग बिन शोभा नहीं बिष्टा नरक पड़ंत, कि ऐ प्राणी तेरी शोभा है संगत विच जानना ही है, सत्संग विच बैठण नाल ही तेरी शोभा होएगी। ये रूप ने, क्योंकि रूपवान बहुत जगते हुए है, धनवान भी बहुत जगते हुए है, पर अज उन्होंने कौन याद करता है। पर जिन्हां ने अपना जीवन सत्संग दे नाल जोड़ दिता, प्रभु दे सिमरन दे नाल जोड़ दिता, जीवन सफल उन्हां दा ही है। अज शोभा भी जगत ते उन्हां दी ही हुंदी है। इसलिए अगर इंसान सत्संग दे विच आंदा है, सत्संग दे नाल मन जोड़दा है, तो इंसान लै भी सब कुछ जांदा है, सब कुछ इंसान नूं प्राप्त हो जाता है। परेशानी हो रही है जीवन नूं, कुछ सौण वालिਆਂ नूं परेशानी जरूर होनी है कि साडा साउंड भिज के खराब ना हो जाए, क्योंकि तुहानूं तां सानूं पता ही है कि मींह होवे, नेरी होवे, बारिश होवे, रहण दे सानूं भी आनंद माण लैंदे, कोई गल नहीं, क्योंकि मालिक की रहमत वरस रही है।
ने सोचा सी बारिश होनी है? कोई इंसान सोचेगा कि ले भी बारिश आई काम खराब हो गए? समझ गए कि नहीं? कई बार बंदा सोचता ही प्रोग्राम रखिया सी, समागम रखिया सी, सत्संग रखिया सी, बरसात ने आके सारा काम खराब करता। पर असीं कहंदे नहीं, बरसात आई तो चंगा हो गया, क्योंकि साडे प्यार का भी पता लगता है। आराम नाल तो हर कोई बैठता, पर जिथे थोड़ी मुश्किल होवे उत्थे बंदा बैठे तो फिर प्यार का पता लगता कि मुश्किल विच प्यारा ही कोल खड़दा है, खुशी वेले सुख विच तो हर कोई खड़ जाता है। इसलिए ये बरसात नहीं है, तुहानू परख रही है, तुहाडे प्रेम नू परख रहा परमात्मा कि कितना क प्यार है, कितनी क मुहब्बत है तुहाडे दिलां च। क्योंकि ਉਹਦੀ अपनी मौज है ना, कितना किस नू परखना है। इसलिए आनंद माणो। बाकी की दसीए, हुण तां सानू दिल खुश ही इन्ना हो गया कि कई वेले ज़्यादा खुशी दे विच अज तक हज़ारां ही सत्संग होए पर कभी हसे नहीं सत्संग च, सारे जीवन पता है। क्योंकि सत्संग तो हर रोज एक दिन च दो भी होंगे। कल भी हिमाचल सी, अज इत्थे है, कल भी हिमाचल विच है। सत्संग तो हज़ारां ही होंगे, पर जिद्दां वाकई गल सही है, दिलों दस रहे हैं कि बस पहला दिन है कि जिहड़ा असीं सत्संग करते करते हस रहे हैं, जो साडे चेहरे ते मुस्कुराहट है, जो सानूं खुशी है, ये तुहाडा जीवन दा प्यार है, ये तुहाडे जीवन की मुहब्बत है। इसलिए अज असीं बहुता टाइम नहीं लेना, क्योंकि जदों ज़्यादा खुशी होवे उसले शब्द भी नहीं मिलते अपनी खुशी दसन वास्ते। इसलिए अज थोड़े लफ्ज़ां छोटे ਜਿਹੇ लफ्ज़ां जी अज, क्योंकि जिन्हें समझना उन्होंने इशारा भी बहुत होता है। जिसने मंजिल नूं पाना होवे ना, उन्होंने एक इशारा भी बहुत है। तो जिसने नहीं जाना मंजिल की तरफ, उन्होंने कोई खिच खिच के भी ले जाई जावे तां भी बंदा मंजिल की तरफ नहीं जाता। जिदा उदाहरण लो, जे बंदे नूं वाकई प्यास है, जे बंदे नूं वाकई भुख है, तो उन्होंने कोई इशारा कर दे ना उत्थे पानी है, तो बंदा दौड़ के जाता है पीने वास्ते। पर जिहदा पेट भरिया होवे, जिन्हों कोई प्यास ही नहीं है, उन्होंने कोई खिच खिच के भी ले जाएगा तो उन्हें कहना भाई मैं नहीं जाना, मैं नहीं पीना। जिदा हुण उदाहरण लो, रास्ते च छबीलां लगियां होंदियां, गड्डियां जांदियां, जिन्होंने प्यास है वो आप ही रोक के पींदे हैं। तो जिन्होंने नहीं प्यास, कोई हथ भी जोड़ी जाए, बेनती भी करते, पी लो, कहते नहीं असीं ठीक है, वो निकल जाते हैं। इसलिए जिन्होंने वाकई उस मालिक की प्यास है, उहदे दर्शनां दी, उस प्रभु नूं पाण दी जिन्हां दे अंदर वाकई प्यास हुंदी है, उन्होंने तो एक इशारा भी गुरु का, संतां दा, रहबरां दा एक शब्द भी, एक इशारा भी बहुत हुंदा है मंजिल तक जाण वास्ते। पर जिन्हां ने नहीं समझना, उन्होंने दिन रात 24 घंटे भी अगर बंदा समझाई जावे तो उन्हां दे दिलां ते कोई असर नहीं हुंदा। इसलिए अज थोड़े लफ्ज़ां च तुसीं बहुता समझना है। जिद्दां भगत कबीर जी ने अपनी वाणी च कहा है, भगत कबीर जी दसदे अपनी वाणी च कि उस परमात्मा नूं पाण वास्ते जटा झूठ माला तिलक, जटा झूठ माला तिलक, भय शीश के भार, भेष बदल कुछ ना मिले अपना चित्त सुधार। कबीर साहब अपनी वाणी च दसदे है कि परमात्मा की प्राप्ति उदों ही इंसान नूं हुंदी जदों इंसान अपने चित्त नूं, अपने मन नूं निर्मल करता है, अपने मन नूं साफ करता है। मन निर्मल होएगा तो फिर परमात्मा की प्राप्ति होएगी। उस तरह इंसान जिन्ने मर्जी भेष बनाई जावे, चाहे सिर ते जटावा रख लवे, चाहे तन ते भस्म मल लवे, चाहे इंसान कोई भी कपड़ा पा लावे, कोई भी रूप बना लावे, पर प्रभु की कृपा का दरवाजा उदों ही खुलना है जदों अपने मन नूं तू साफ करेगा, अपने मन नूं तू निर्मल करेगा। क्योंकि मन नूं निर्मल करना जरूरी है। बिना मन नूं निर्मल कीते हज़ारां वेश बनाओ, कदी वो परमात्मा की रहमत प्राप्त नहीं होएगी जिस रहमत नूं प्राप्त करने वास्ते असीं पहुंचे। अज खुशी का दिन है, तुसीं सारे जी बड़े खुश हो। इसलिए एक खुशी की गल याद आ गई, क्योंकि कबीर साहब की वाणी के नाल जुड़ी हुई है। कबीर साहब ने कहा ना कि जटा झूठ लखा पेश बना लै, पर प्रभु की कृपा का दरवाजा उदों ही खुलना जदों अपनी गलती का, अपने मन का सुधार करेगा। उस तो एक गल, एक साखी याद आ गई, कहानी याद आ गई कि एक मदारी सी, सीधा साधा मदारी सी, जिहदा काम सी माड़े मोटे तमाशे दिखाना, माड़ा मोटा तमाशा दिखा के जो पैसा मिल जाना ਉਹਦੇ ਨਾਲ ਹੀ अपना घर का गुजारा करना। एक दिन वो मदारी हुण सीधा साधा सी बेचारा, कोई इन्ना अकलमंद भी नहीं सी, एक बड़े शोरूम च पहुंच गया जिथे शोरूम दे विच टीवी
ਗਿਆ, ਮਨ 'ਚ ਇੱਛਾ ਸੀ ਕਿ ਮੈਂ ਟੀਵੀ ਲੈਣਾ ਹੈ, ਟੈਲੀਵਿਜ਼ਨ ਲੈਣਾ ਹੈ। ਘਰ 'ਚ ਨਿਆਣੇ ਬਹੁਤ ਮਗਰ ਪਏ ਆ, ਥੋੜੇ ਥੋੜੇ ਪੈਸੇ ਜੋੜ ਕੇ ਟੀਵੀ ਲੈਣਾ, ਟੈਲੀਵਿਜ਼ਨ ਲੈਣਾ ਸੋਚ ਕੇ ਸ਼ੋਰੂਮ 'ਚ ਪਹੁੰਚ ਗਿਆ। ਹੁਣ ਜਦੋਂ ਸ਼ੋਰੂਮ 'ਚ ਪਹੁੰਚਿਆ ਤਾਂ ਜੋ ਸ਼ੋਰੂਮ ਦੇ ਵਿੱਚ ਆਦਮੀ ਕੰਮ ਕਰਦਾ ਸੀ, ਉਹਨਾਂ ਦੇਖਿਆ ਮਦਾਰੀ ਸਧਾਰਨ ਜਿਹੇ ਕੱਪੜੇ ਪਾਏ ਆ, ਪੈਰੀ ਜੁੱਤੀ ਵੀ ਟੁੱਟੀ ਭੱਜੀ ਹੈ, ਕੱਪੜੇ ਵੀ ਇਦਾਂ ਦੀ ਹੈ ਨਾ, ਕੀ ਖਰੀਦਣਾ। ਇਸ ਲਈ ਜਦੋਂ ਮਦਾਰੀ ਉੱਥੇ ਗਿਆ ਤਾਂ ਉਸ ਦੁਕਾਨਦਾਰ ਨੇ ਪੁੱਛਿਆ, ਹਾਂਜੀ ਦੱਸੋ ਕੀ ਚਾਹੀਦਾ। ਮਦਾਰੀ ਕਹਿੰਦਾ ਕਿ ਤੁਹਾਡੇ ਕੋਲ ਕਲਰ ਟੀਵੀ ਹੈ, ਰੰਗੀਨ ਟੀਵੀ ਹੈ। ਦੁਕਾਨਦਾਰ ਕਹਿੰਦਾ ਹਾਂ ਹੈ। ਕਹਿੰਦਾ ਜੀ ਫਿਰ ਉਹਨਾਂ ਰੰਗੀਨ ਟੀਵੀਆਂ 'ਚ ਇੱਕ ਪੀਲੇ ਰੰਗ ਦਾ ਟੀਵੀ ਦੇ ਦਿਓ। ਉਹ ਕਹਿੰਦਾ ਮਤਲਬ ਕੀ ਪੀਲੇ ਰੰਗ ਦਾ, ਕਿਉਂਕਿ ਟੀਵੀ ਦਾ ਕਲਰ ਦਾ ਮਤਲਬ ਸਕਰੀਨ ਦੇ ਅੰਦਰ ਕਲਰ ਹੁੰਦੇ ਆ, ਕਿਉਂਕਿ ਇੱਕ ਬਲੈਕ ਐਂਡ ਵਾਈਟ ਟੀਵੀ ਹੈ। ਕਹਿੰਦਾ ਨਹੀਂ ਜੀ, ਮੇਰੇ ਬੱਚਿਆਂ ਨੇ ਕਿਹਾ ਸੀ ਰੰਗੀਨ ਟੀਵੀ ਲਿਆਣਾ, ਸੋ ਮੈਨੂੰ ਪੀਲੇ ਰੰਗ ਦਾ ਟੀਵੀ ਚਾਹੀਦਾ ਹੈ। ਕਿਤੇ ਫਿੱਕਾ ਜਿਹਾ ਟੀਵੀ ਲੈ ਕੇ ਤਾਂ ਨਿਆਣੇ ਚੱਕ ਕੇ ਬਾਹਰ ਹੀ ਨਾ ਮਾਰ ਦੇਣ। ਦੁਕਾਨਦਾਰ ਨੇ ਦੇਖਿਆ ਸਿੱਧਾ ਸਾਦਾ ਬੰਦਾ, ਜਿਹਨੂੰ ਪਤਾ ਹੀ ਨਹੀਂ ਕਿ ਟੀਵੀ ਕੀ ਹੁੰਦਾ ਹੈ, ਇਦਾਂ ਦੇ ਨੂੰ ਟੀਵੀ ਦੇ ਵੀ ਦਿੱਤਾ ਤਾਂ ਫਾਇਦਾ ਕੀ, ਕਿਉਂਕਿ ਚੀਜ਼ ਉਹਨੂੰ ਦੋ ਜਿਹਨੂੰ ਸਮਝ ਹੋਵੇ ਕਿ ਇਹ ਚੀਜ਼ ਦੀ ਵਰਤੋਂ ਕੀ ਹੈ। ਜਿਹਨੂੰ ਪਤਾ ਨਹੀਂ ਕਾਰ ਕੀ ਹੁੰਦੀ ਹੈ, ਉਹਨੂੰ ਤੁਸੀਂ ਕਾਰ ਚਲਾਉਣ ਵਾਸਤੇ ਸੀਟ ਤੇ ਬਿਠਾ ਦੋਗੇ ਤਾਂ ਉਹਨਾਂ ਕਾਰ ਨੂੰ ਤੋੜ ਮਰੋੜ ਦੇਣਾ, ਯਾਨੀ ਕਹਿਣ ਦਾ ਮਤਲਬ ਐਕਸੀਡੈਂਟ ਕਰ ਦੇਗਾ, ਕਿਤੇ ਨਾ ਕਿਤੇ ਕੋਈ ਨੁਕਸਾਨ ਹੀ ਕਰੇਗਾ। ਇਸ ਲਈ ਦੁਕਾਨਦਾਰ ਨੇ ਕਿਹਾ ਨਹੀਂ ਜੀ, ਅਸੀਂ ਮਦਾਰੀਆਂ ਨੂੰ ਟੀਵੀ ਨਹੀਂ ਵੇਚਦੇ। ਉਹ ਕਹਿੰਦਾ ਨਹੀਂ ਨਹੀਂ, ਮੈਨੂੰ ਇੱਕ ਟੀਵੀ ਬੜਾ ਪਸੰਦ ਆਇਆ, ਆਹ ਟੀਵੀ ਚਾਹੀਦਾ ਹੈ ਮੈਨੂੰ। ਉਹ ਕਹਿੰਦਾ ਨਹੀਂ ਮਹਾਰਾਜ, ਇਹ ਮਦਾਰੀਆਂ ਟੀਵੀ ਨਹੀਂ ਵੇਚਦੇ, ਬਾਹਰ ਚਲੇ ਜਾਓ। ਤਾਂ ਮਦਾਰੀ ਨੇ ਕਿਹਾ ਕਮਾਲ ਹੋ ਗਈ, ਨਿਆਣੇ ਜਿੱਦ ਕਰਦੇ ਆ ਟੀਵੀ ਚਾਹੀਦਾ ਹੈ, ਟੀਵੀ ਚਾਹੀਦਾ ਹੈ। ਪਰ ਇਹ ਕਹਿੰਦਾ ਮਦਾਰੀਆਂ ਟੀਵੀ ਨਹੀਂ ਦਿੰਦੇ, ਇੱਕ ਟੀਵੀ ਪਸੰਦ ਵੀ ਮੈਨੂੰ ਆਇਆ ਸੀ, ਮੰਗਿਆ ਵੀ ਹੈਗਾ ਟੀਵੀ ਵੀ ਦੇ ਦੇ। ਉਹਨਾਂ ਕਿਹਾ ਨਹੀਂ, ਅਸੀਂ ਮਦਾਰੀਆਂ ਟੀਵੀ ਨਹੀਂ ਵੇਚਦੇ, ਬਾਹਰ ਚਲਾ ਜਾ। ਤਾਂ ਮਦਾਰੀ ਨੇ ਕਿਹਾ ਲੈ ਕੇ ਤਾਂ ਜਾਣਾ ਹੀ ਹੈ। ਉਹ ਘਰ ਗਿਆ ਔਰ ਆਪਣੀ ਘਰ ਵਾਲੀ ਦੇ ਕੱਪੜੇ ਪਾ ਕੇ, ਜਨਾਨਾ ਕੱਪੜੇ ਪਾ ਕੇ, ਯਾਨੀ ਜਨਾਨੀਆਂ ਵਾਲਾ ਵੇਸ਼ ਧਾਰਨ ਕਰਕੇ ਆ ਗਿਆ ਕਿ ਚਲੋ ਪਹਿਲਾਂ ਮਦਾਰੀ ਬਣ ਕੇ ਗਿਆ ਸੀ, ਨਹੀਂ ਦਿੱਤਾ, ਹੁਣ ਮੈਂ ਆਪਣਾ ਰੂਪ ਬਦਲ ਕੇ ਜਾਂਦਾ। ਰੂਪ ਬਦਲ ਕੇ ਜਦੋਂ ਗਿਆ ਸ਼ੋਰੂਮ ਦੇ ਵਿੱਚ ਤਾਂ ਦੁਕਾਨਦਾਰ ਨੇ ਦੇਖਿਆ ਕੋਈ ਲੇਡੀਜ਼ ਆਈ ਹੈ, ਪੁੱਛਿਆ ਹਾਂਜੀ। ਕਹਿੰਦਾ ਜੀ ਮੈਨੂੰ ਆਹ ਟੀਵੀ ਚਾਹੀਦਾ ਹੈ, ਉਂਗਲੀ ਕਰਕੇ ਇਸ਼ਾਰਾ ਕੀਤਾ ਕਿਉਂਕਿ ਪਸੰਦ ਆਇਆ ਸੀ ਉਸਨੂੰ, ਮੈਨੂੰ ਆਹ ਟੀਵੀ ਚਾਹੀਦਾ ਹੈ। ਦੁਕਾਨਦਾਰ ਨੇ ਕਿਹਾ ਅਸੀਂ ਪਹਿਲੇ ਕਿਹਾ ਸੀ ਨਾ ਮਦਾਰੀਆਂ ਨੂੰ ਟੀਵੀ ਨਹੀਂ ਵੇਚਦੇ, ਬਾਹਰ ਚਲੇ ਜਾਓ। ਉਹ ਕਹਿੰਦਾ ਕਮਾਲ ਹੋ ਗਈ, ਮਨ 'ਚ ਸੋਚੇ ਕਿ ਮੈਂ ਤਾਂ ਭੇਸ਼ ਵੀ ਬਦਲ ਲਿਆ, ਰੂਪ ਵੀ ਬਦਲ ਲਿਆ, ਮੈਂ ਤਾਂ ਜਨਾਨੀਆਂ ਵਾਲੇ ਕੱਪੜੇ ਪਾ ਲਏ, ਪਰ ਇਹ ਕਹਿੰਦਾ ਹੈ। ਫਿਰ ਸੋਚਿਆ ਕੋਈ ਗੱਲ ਨਹੀਂ, ਲੱਗਦਾ ਪਹਿਚਾਣ ਲਿਆ ਹੋਣਾ ਹੈ, ਹੁਣ ਦੁਬਾਰਾ ਜਾਵਾਂ ਮੈਂ। ਹੁਣ ਤਾਂ ਨਕਲੀ ਜਟਾਵਾਂ ਲੈ ਕੇ ਸਿਰ ਤੇ ਜਟਾਵਾਂ ਵੀ ਰੱਖ ਲਈਆਂ, ਤਾਂ ਤੇ ਭਸਮ ਵੀ ਬਣ ਲਈ ਕਿ ਹੁਣ ਤਾਂ ਮੈਂ ਯੋਗੀ ਲੱਗਦਾ ਹੈ। ਦੇਖਿਆ ਸ਼ੀਸ਼ੇ 'ਚ ਆਪਣੇ ਆਪ ਨੂੰ ਨਹੀਂ ਪਹਿਚਾਣਿਆ ਤੇ ਵਾਕਿਆ ਮੇਰਾ ਰੂਪ ਬਦਲ ਗਿਆ, ਕਿਉਂਕਿ ਹੁਣ ਭਸਮ ਮਲੀ ਹੋਈ ਹੈ, ਜਟਾਵਾਂ ਰੱਖੀਆਂ ਹੋਈਆਂ ਹੈ, ਸਭ ਕੁਝ ਕਰ ਲਿਆ। ਹੁਣ ਜਾ ਕੇ ਦੁਕਾਨ ਤੇ ਚਲਾ ਗਿਆ ਤਾਂ ਦੁਕਾਨਦਾਰ ਨੇ ਫਿਰ ਦੇਖਿਆ ਕਿ ਇਸ ਵਾਰ ਤਾਂ ਕੋਈ ਜੋਗੀ ਆਇਆ ਹੈ, ਇਸ ਵਾਰ ਤਾਂ ਕੋਈ ਸਾਧੂ ਆਇਆ ਹੈ। ਪੁੱਛੀਏ ਕੀ ਕੰਮ ਹੈ। ਹਾਂਜੀ ਦੱਸੋ ਮਹਾਰਾਜ ਕੀ ਕੰਮ ਹੈ। ਕਹਿੰਦਾ ਮੈਨੂੰ ਆਹ ਟੀਵੀ ਚਾਹੀਦਾ ਹੈ। ਕਿੰਨੇ ਦਾ ਟੀਵੀ। ਦੁਕਾਨਦਾਰ ਕਹਿੰਦਾ ਪਹਿਲੇ ਮੈਂ ਕਿਹਾ ਸੀ ਨਾ ਮਦਾਰੀਆਂ ਨੂੰ ਟੀਵੀ ਨਹੀਂ ਵੇਚਦੇ, ਅਸੀਂ ਬਾਹਰ ਨਿਕਲ ਜਾ ਇੱਥੋਂ। ਬੜਾ ਹੈਰਾਨ ਹੋ ਗਿਆ ਕਿ ਮੈਂ ਤਾਂ ਆਪਣੇ ਆਪ ਨੂੰ ਨਹੀਂ ਸ਼ੀਸ਼ੇ 'ਚ ਪਹਿਚਾਣ ਪਾਇਆ, ਇਹਨੂੰ ਕਿੱਦਾਂ ਪਤਾ ਲੱਗ ਗਿਆ ਕਿ ਮੈਂ ਮਦਾਰੀ ਹਾਂ। ਇਹਨੇ ਫਿਰ ਪਹਿਚਾਣ ਲਿਆ ਮੈਨੂੰ। ਬੜਾ ਗਜਬ ਦਾ ਬੰਦਾ ਹੈ, ਬੜਾ ਅਜੀਬ ਬੰਦਾ ਹੈ। ਵਾਪਸ ਚਲਾ ਗਿਆ। ਹੁਣ ਤਾਂ ਸੋਚਿਆ ਕਿ ਹੁਣ ਇੱਕੋ ਹੀ ਆਪਸ਼ਨ ਹੈ, ਇੱਕੋ ਹੀ ਚੀਜ਼ ਹੈ ਕਿ ਬੁਰਕਾ ਪਾ ਕੇ ਜਾਵਾਂ, ਨਾ ਉਹ ਮੇਰਾ ਮੂੰਹ ਦੇਖੇ, ਨਾ ਮੇਰੇ ਹੱਥ ਦੇਖੇ, ਨਾ ਮੇਰੇ ਪੈਰ ਦੇਖੇ, ਫਿਰ ਕਿੱਦਾਂ ਪਹਿਚਾਣ ਲੇਗਾ ਕਿ ਮੈਂ ਕੌਣ ਹਾਂ। ਇਸ ਲਈ ਬੁਰਕਾ ਖਰੀਦਿਆ, ਕਾਲਾ ਬੁਰਕਾ ਪਾ ਲਿਆ, ਮੂੰਹ ਵੀ ਨਜ਼ਰ ਨਹੀਂ ਆਉਂਦਾ, ਹੱਥ ਵੀ ਨਜ਼ਰ ਨਹੀਂ ਆਉਂਦੇ, ਪੈਰ ਵੀ ਨਜ਼ਰ ਨਹੀਂ ਆਉਂਦੇ, ਔਰ ਪਹੁੰਚ ਗਿਆ ਦੁਕਾਨ ਤੇ। ਪਹੁੰਚ ਗਿਆ ਦੁਕਾਨ ਤੇ ਔਰ ਦੁਕਾਨਦਾਰ ਨੂੰ ਜਾ ਕੇ ਕਹਿੰਦਾ, ਦੁਕਾਨਦਾਰ ਨੇ ਦੇਖਿਆ ਕੋਈ ਔਰਤ ਆਈ ਹੈ, ਬੁਰਕੇ ਵਾਲੀ ਹੈ, ਪੁੱਛਿਆ ਹਾਂਜੀ ਦੱਸੋ ਕੀ ਚਾਹੀਦਾ ਹੈ। ਤਾਂ ਬੜੀ ਔਰਤਾਂ ਵਾਲੀ ਆਵਾਜ਼, ਤਿੱਖੀ ਜਿਹੀ ਆਵਾਜ਼ 'ਚ, ਕਿਉਂਕਿ ਮਦਾਰੀ ਸੀ, ਕਲਾ ਸੀ ਉਹਦੇ ਕੋਲ, ਤਿੱਖੀ ਜਿਹੀ ਆਵਾਜ਼ 'ਚ ਕਹਿਣ ਲੱਗਾ ਕਿ ਮੈਨੂੰ ਆਹ ਟੀਵੀ ਚਾਹੀਦਾ ਹੈ, ਦਊਂਗੇ ਕਿੰਨੇ ਦਾ। ਉਹਨਾਂ ਫਿਰ ਕਿਹਾ, ਕਹਿੰਦਾ ਮੈਂ ਪਹਿਲੇ ਕਿਹਾ ਸੀ ਨਾ ਮਦਾਰੀਆਂ ਨੂੰ ਟੀਵੀ ਨਹੀਂ ਦਿੰਦੇ, ਬਾਹਰ ਨਿਕਲ ਤੂੰ। ਉਹ ਮਦਾਰੀ ਨੇ ਚੱਕਿਆ ਘੁੰਗਟ ਆਪਣਾ, ਯਾਨੀ ਬੁਰਕੇ ਦਾ ਕੱਪੜਾ ਚੱਕਿਆ ਔਰ ਚੱਕ ਕੇ ਕਹਿਣ ਲੱਗਾ ਭਾਈ ਇੱਕ ਗੱਲ ਦੱਸ ਦੇ, ਤੂੰ ਟੀਵੀ ਬਿਸ਼ੱਕ ਨਾ ਦੇ, ਪਰ ਤੈਨੂੰ ਪਤਾ ਕਿੱਦਾਂ ਲੱਗ ਜਾਂਦਾ ਕਿ ਮੈਂ ਮਦਾਰੀ ਹਾਂ। ਮੈਂ ਤਾਂ ਇੰਨੇ ਰੂਪ ਬਦਲੇ, ਕਦੀ ਸਾਧੂ ਬਣ ਕੇ ਆਇਆ, ਕਦੀ ਔਰਤ ਬਣ ਕੇ ਆਇਆ, ਕਦੀ ਕੁਛ ਬਣ ਕੇ ਆਇਆ, ਹੁਣ ਤਾਂ ਮੈਂ ਬੁਰਕਾ ਵੀ ਪਾ ਕੇ ਆ ਗਿਆ, ਤੈਨੂੰ ਕਿੱਦਾਂ ਪਤਾ ਲੱਗਦਾ ਕਿ ਮੈਂ ਮਦਾਰੀ ਹਾਂ। ਤੂੰ ਮੈਨੂੰ ਕਿੱਦਾਂ ਪਹਿਚਾਣ ਲੈਂਦਾ ਸੀ। ਮਦਾਰੀ ਕਹਿੰਦਾ ਇੱਕੋ ਹੀ ਕੰਮ ਤੋਂ, ਬਾਕੀ ਤਾਂ ਤੇਰਾ ਸਭ ਕੁਝ ਠੀਕ ਸੀ, ਪਰ ਇੱਕੋ ਹੀ ਤੇਰੀ ਗਲਤੀ ਸੀ। ਉਹ ਕਹਿੰਦਾ ਉਹ ਕਿਹੜੀ ਗਲਤੀ। ਕਹਿੰਦਾ ਜਿਹਨੂੰ ਤੂੰ ਵਾਰ-ਵਾਰ ਟੀਵੀ ਕਹੀ ਜਾਂਦਾ ਨਾ, ਵਾਸ਼ਿੰਗ ਮਸ਼ੀਨ ਹੈ, ਉਹ ਤਾਂ ਕੱਪੜੇ ਧੋਣ ਵਾਲੀ ਮਸ਼ੀਨ ਹੈ। ਇਸ ਲਈ ਇੱਥੋਂ ਹੀ ਪਤਾ ਲੱਗ ਗਿਆ ਕਿ ਇੱਕੋ ਹੀ ਬੰਦਾ ਹੈ ਜਿਹੜਾ ਵਾਰ-ਵਾਰ ਵਾਸ਼ਿੰਗ ਮਸ਼ੀਨ ਨੂੰ ਟੀਵੀ ਕਹਿ ਰਿਹਾ, ਕਿਉਂਕਿ ਜਿਹਨੂੰ ਟੀਵੀ ਦਾ ਨੌਲੇਜ ਹੋਏਗਾ ਉਹ ਕਦੀ ਵਾਸ਼ਿੰਗ ਮਸ਼ੀਨ, ਕੱਪੜੇ ਧੋਣ ਵਾਲੀ ਮਸ਼ੀਨ ਨੂੰ ਟੀਵੀ ਨਹੀਂ ਕਹੇਗਾ। ਉਹ ਤੂੰ ਵਾਰ-ਵਾਰ ਆਉਂਦਾ ਸੀ ਆ ਟੀਵੀ ਦੇ ਦੋ, ਟੀਵੀ ਦੇ ਦੋ, ਉੱਥੋਂ ਹੀ ਪਤਾ ਲੱਗ ਜਾਂਦਾ ਸੀ ਕਿ ਉਹੀ ਮਦਾਰੀ ਹੈ, ਜਿਹਨੂੰ ਇੰਨੀ ਸਮਝ ਹੀ ਨਹੀਂ ਹੈ ਕਿ ਇਹ ਟੀਵੀ ਨਹੀਂ, ਇੱਕ ਵਾਸ਼ਿੰਗ ਮਸ਼ੀਨ ਹੈ ਜਿਹੜੀ ਕੱਪੜੇ ਧੋਣ ਵਾਲੀ। ਹੁਣ ਇਹੀ ਹਾਲਤ ਕਬੀਰ ਸਾਹਿਬ ਨੇ ਦੱਸੀ ਹੈ। ਹੁਣ ਇਹ ਤਾਂ ਹਾਸੇ ਵਾਲੀ ਗੱਲ ਸੀ, ਪਰ ਇਸ ਚੀਜ਼ ਨੂੰ ਅਗਰ ਰੂਹਾਨੀਅਤ ਨਾਲ ਜੋੜੀਏ ਤਾਂ ਕਬੀਰ ਸਾਹਿਬ ਕਹਿੰਦੇ ਜਟਾ ਜੂੜ
ਗਲਤ ਸੀ, ਉਹਦਾ ਧਿਆਨ ਹੀ ਗਲਤ ਪਾਸੇ ਲੱਗਾ ਹੋਇਆ ਸੀ। ਅਗਰ ਵਾਕਈ ਉਹਦਾ ਧਿਆਨ ਸਹੀ ਪਾਸੇ ਹੁੰਦਾ, ਵਾਸ਼ਿੰਗ ਮਸ਼ੀਨ ਦੀ ਬਜਾਏ ਚਾਹੀਦਾ ਟੀਵੀ ਸੀ, ਅਗਰ ਵਾਕਈ ਟੀਵੀ ਵੱਲ ਹੁੰਦਾ ਤਾਂ ਉਹਨੂੰ ਟੀਵੀ ਮਿਲ ਵੀ ਜਾਣਾ ਸੀ। ਪਰ ਮੰਗਦਾ ਕੁਛ ਹੈ ਤਾਂ ਧਿਆਨ ਕਿਤੇ ਹੋਰ ਹੈ, ਤਾਂ ਜਿੰਨੇ ਮਰਜ਼ੀ ਪੇਸ਼ ਬਣਾਣਾ ਤਾਂ ਉਹਨੂੰ ਕਿੱਦਾਂ ਮਿਲਣਾ ਸੀ। ਅੱਜ ਇਹੀ ਹਾਲਤ ਇਨਸਾਨ ਦੀ ਵੀ ਹੈ। ਇਨਸਾਨ ਮੰਗਦਾ ਤਾਂ ਪਰਮਾਤਮਾ ਨੂੰ ਹੈ, ਚਾਹੁੰਦਾ ਤਾਂ ਪ੍ਰਭੂ ਨੂੰ ਪਾਣਾ ਹੈ, ਪਰ ਧਿਆਨ ਇਨਸਾਨ ਦਾ ਦੁਨੀਆ ਦੇ ਵੱਲ ਹੈ। ਧਿਆਨ ਇਨਸਾਨ ਦਾ ਵਿਸ਼ਿਆਂ 'ਚ ਲੱਗਾ ਹੈ, ਵਿਕਾਰਾਂ 'ਚ ਲੱਗਾ ਹੈ, ਨਸ਼ਿਆਂ 'ਚ ਲੱਗਾ ਹੈ। ਮਨ ਜਿਹੜਾ ਹੈ ਇਨਸਾਨ ਦਾ ਹੈ, ਇਹ ਕਦੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ, ਕਦੀ ਪ੍ਰਭੂ ਨਾਲ ਨਹੀਂ ਜੁੜਦਾ। ਮਨ ਹਮੇਸ਼ਾ ਬੁਰੀਆਂ ਸੋਚਾਂ, ਬੁਰੇ ਖਿਆਲਾਂ ਨਾਲ ਭਰਿਆ ਹੋਇਆ ਹੈ। ਤਾਂ ਮੰਗਦਾ ਇਨਸਾਨ ਪਰਮਾਤਮਾ ਨੂੰ ਹੈ। ਤਾਂ ਕਬੀਰ ਸਾਹਿਬ ਕਹਿੰਦੇ ਤੂੰ ਜਿੰਨੇ ਮਰਜ਼ੀ ਪੇਸ਼ ਬਣਾ ਲੈ, ਪ੍ਰਭੂ ਦੇ ਦਰ ਤੋਂ ਵੀ ਉਹ ਮਦਾਰੀ ਦੀ ਤਰ੍ਹਾਂ ਹੀ ਤੈਨੂੰ ਖਾਲੀ ਜਾਣਾ ਪਏਗਾ ਕਿ ਜਾਵੇ ਮੇਰਾ ਦਰਸ਼ਨ ਨਹੀਂ ਹੋਣਾ, ਕਿਉਂਕਿ ਤੇਰੀ ਮੰਗ ਦਾ ਕੁਝ ਹੋਰ ਹੈ, ਤਾਂ ਇਸ਼ਾਰਾ ਧਿਆਨ ਤੇਰਾ ਕਿਤੇ ਹੋਰ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਹੈ ਭੇਸ਼ ਬਦਲ ਕੁਛ ਨਾ ਮਿਲੇ, ਭੇਸ਼ ਬਦਲਣਾ ਕੁਛ ਨਹੀਂ ਮਿਲਣਾ। ਮਿਲਣਾ ਹੈ ਤਾਂ ਆਪਣਾ ਚਿੱਤ ਸੁਧਾਰ, ਚਿੱਤ ਜਾਨੀ ਮਨ, ਆਪਣੇ ਮਨ ਦਾ ਸੁਧਾਰ ਕਰ। ਆਪਣੇ ਮਨ ਨੂੰ ਵਿਸ਼ਿਆਂ ਚੋਂ ਕੱਢ, ਵਿਕਾਰਾਂ ਚੋਂ ਕੱਢ, ਮਾੜੀ ਸੋਚ ਨੂੰ ਛੱਡ, ਗੰਦੇ ਖਿਆਲਾਂ ਨੂੰ ਛੱਡ। ਆਪਣੇ ਮਨ ਨੂੰ ਪ੍ਰਭੂ ਦੇ ਸਿਮਰਨ ਚ ਲਾ, ਪ੍ਰਭੂ ਦੀ ਬੰਦਗੀ ਚ ਲਾ, ਪ੍ਰਭੂ ਦੇ ਨਾਮ ਚ ਲਾ। ਜਦੋਂ ਮਨ ਨਿਰਮਲ ਹੋਏਗਾ ਤਾਂ ਫਿਰ ਪ੍ਰਭੂ ਦੀ ਕਿਰਪਾ ਦੇ ਦਰਵਾਜ਼ੇ ਵੀ ਤੇਰੇ ਵਾਸਤੇ ਜ਼ਰੂਰ ਖੁੱਲਣਗੇ। ਇਸੇ ਲਈ ਤਾਂ ਆਪਣੀ ਬਾਣੀ 'ਚ ਇੱਕ ਜਗ੍ਹਾ ਕਬੀਰ ਸਾਹਿਬ ਨੇ ਕਿਹਾ ਹੈ ਕਿ ਦੁਨੀਆ ਦੇ ਪਦਾਰਥ ਹਜ਼ਾਰਾਂ ਹੀ ਹੈ, ਦੁਨੀਆ ਦੇ ਉੱਪਰ ਪਦਾਰਥ ਸਾਜੋ ਸਮਾਨ ਹਜ਼ਾਰਾਂ ਹੀ ਹੈ, 84 ਲੱਖ ਯੂਨੀਆਂ ਹੈ, ਪਰ ਇੱਥੇ ਕਬੀਰ ਸਾਹਿਬ ਕਹਿੰਦੇ ਪਿਆਰ ਕਰਨ ਦੇ ਲਾਇਕ ਹੈ, ਮੰਗਣ ਦੇ ਲਾਇਕ ਹੈ ਤੇ ਕੋਈ ਪਰਮਾਤਮਾ। ਇਸ ਲਈ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਕਿਹਾ ਹੈ ਕਿ ਸੱਚਾ ਸਾਹਿਬ ਏਕ ਤੂੰ, ਜੋ ਵੀ ਆਸ਼ਿਕ ਤੇਰਾ, ਤੇਰੇ ਨਾਮ ਕੀ ਦਇਆ ਸੇ ਭਾਗੇ ਦੁੱਖ घनेरा। कबीर साहब कहते हे प्रभु ते तो सिवाय जो भी नजर आ रहा है, ये जो भी संसार से, चाहे पशु है, पंछी है, पेड़ है, पौधे है, चंद सूरज सितारे है, धरती आकाश है, चाहे किसी तरह के भी ये प्राणी है, औरत मर्द बुढ़ा बच्चा जो भी है, ये हर एक चीज जो ते तो सिवा नजर आ रही है, एक दिन हर एक चीज ने खत्म हो जाना है, क्योंकि सच्चा है तो एक तू ही, रहना है तो एक तू ही। इसलिए क्या सच्चा आशिक एक तू, जो भी सच्चा साहिब एक तू, जो भी आशिक तेरा, और जेड़ा भी तेरा आशिक बन गया, जेड़ा भी तेरे नाम दे नाल अपने दिल नूं जोड़ दिंदा है, जेड़ा भी तेरा दिलों सिमरन करदा है, तेरे नाम की दया से भागे दुख घनेरा। ते बड़े तो बड़ा दुख भी इंसान दे जीवन च होवे, बड़ी तो बड़ी परेशानी भी इंसान दी जिंदगी च होवे, वो प्रभु दे नाम दे नाल सारे दुख, सारियां मुसीबतां दूर हो जांदियां हैं। जिहदा साखी बड़ी प्यारी है। बाबा फरीद दे कोल एक दिन किसी ने जाके पूछा कि महाराज दुनिया ते इन्ने दुख क्यों है, हर जीव दुखी क्यों है? बोलो दुख है या नहीं? जितना मर्जी देख लो, नानक दुखिया सब संसार, के चारों पासे दुख ही दुख नजर आ रहे हैं। हर कोई दुखी है, किसी नूं कोई दुख, किसी नूं कोई दुख, किसी नूं कोई परेशानी, किसी नूं कोई परेशानी। सो इस जीव ने जाके बाबा फरीद तो पूछा कि महाराज दुनिया जिन्ने दुख क्यों है, सारे लोग दुखी क्यों है? तो बाबा फरीद कहते जानना चाहता है दुख क्यों है, सारे जीव दुखी क्यों है, इन्ने दुख क्यों है दुनिया च, जानना चाहता हूं? कहता जी हाँ। बाबा फरीद कहते बह जा, फिर जरा सूरज डुब लैन दे, अंधेरा हो लैन दे, फिर तेरे सवाल का जवाब दे देवांगे। वो कहता महाराज सूरज डुबण दे नाल, अंधेरा होण दे नाल मेरे सवाल का की ताल्लुक? मैं सवाल पूछा है, तुसीं जवाब दिओ। बाबा फरीद कहते कुछ जवाब हुंदे आ जिहड़े समा आण ते ही दिते जांदे है, इसलिए थोड़ी देर बैठ जा, बस शाम हो चली है, सूरज डुबण वाला है, अंधेरा होने वाला है। जदों अंधेरा हो जाएगा तेरे सवाल का जवाब दे देवांगे, क्योंकि तू सानू पूछा कि दुनिया ते लोग इन्ने दुखी क्यों है, दुनिया ते इन्ने दुख क्यों है, लोग दुखी क्यों है, इसदा जवाब देवांगे, पर थोड़ा अंधेरा हो लंघे। हुण बैठ गया, समा गुजरिया, सूरज डुब गया, अंधेरा हो गया। जदों चारों पासे अंधेरा हो गया तो बाबा फरीद को आया कि महाराज हुण तां जवाब दे दिओ, सूरज भी डुब गया, अंधेरा भी हो गया, मैं घर भी जाना है, मेरे सवाल का जवाब तो दे दिओ कि लोग इन्ने दुखी क्यों है, दुनिया ते इन्ने दुख क्यों है, क्यों है इन्ने दुख? बाबा फरीद कहते आ जा फिर दसीए, पहला तू साडे एक सवाल का जवाब दे दे, क्योंकि एक गल असीं देख रहे हैं, सोच रहे हैं, ਉਹਦਾ जवाब पहला दे दे। कहना महाराज किहड़ी गल का जवाब? कहते आ जा। उठ के अपनी कुटिया च लै गए, क्योंकि बाबा फरीद बाहर बैठे सी, सामने कुटिया हुजरा सी जिथे बैठ के इबादत करते सी। ਉਹਦੇ दरवाजे ते खड़ के बाबा फरीद ने कहा कि जरा अंदर देख। तो कहता महाराज की है? कहते एक गल का जवाब दे दे, अंदर अंधेरा क्यों है, साडी कुटिया विच, साडे इस कमरे च अंधेरा क्यों है?
कहता महाराज ये कितना का सवाल होया, ये कितना का सवाल होया कि अंधेरा क्यों है? अंधेरा इसीलिए है क्योंकि अंदर चिराग नहीं जगता। ਹੁਣ रात हो जावे, जे कमरे च बटन दबावांगे ना, बल्ब नहीं जगेगा, ट्यूब नहीं जगेगी, तो फिर अंधेरा ही होना कमरे च। जे चिराग जगा देवांगे, बटन दबा देवांगे, रोशनी होएगी, अंधेरा दूर हो जाएगा। महाराज ये तो सौखा जी गल है। ਇਹਦਾ सवाल की पूछने का मतलब कमरा इसलिए अंधेरे नाल भरिया है क्योंकि कमरे च चिराग नहीं जग रहा। बाबा फरीद कहते अच्छा पक्की गल है? वो कहता महाराज कमाल हो गई, पक्की गल है, हुणे ही अंधेरा दूर कर देंगे हैं। कह के उन्हें कोल पिया दीवा जगाया, जगा के जो अंदर रखिया, कहता लो महाराज रोशनी हो गई। तुसी पूछ रहे सी अंधेरा क्यों है, रोशनी हो गई। बाबा फरीद कहते बस यही गल तैनू समझानी सी। तू पूछ रहा सी ना दुनिया ते इन्ने दुख क्यों है, तू पूछया दुनिया ते इन्ने दुख क्यों है, ऐसी पूछया कुल्ली च इन्ना अंधेरा क्यों है। सवाल वही है, क्यों है, क्यों अंधेरा क्यों है, दुख क्यों है। जरा गौर करना। बाबा फरीद कहते तू कहता कि चिराग नहीं जगदा, दीपक नहीं जगदा, इसलिए अंधेरा है, दीपक जगाओ रोशनी हो जाएगी। और ऐसी तेनू कहते प्रभु दे नाम का दीपक नहीं इंसान दे अंदर जगदा, प्रभु दे शब्द का दीपक नहीं जगदा, प्रभु दे नाम का दीपक जगाओ, दुखा का अंधेरा दूर हो जाएगा। क्योंकि जदों चिराग जगदा है तो फिर अंधेरा दूर होता है। और इत्थे बाहर में चिरागां की गल नहीं हो रही, इत्थे चिराग यानी प्रभु का सिमरन, प्रभु का नाम। जदों प्रभु के नाम का चिराग अपने हिरदे च रोशन कर लवांगे, ये जुबान के उपर प्रभु का नाम जगमगाएगा, तो तुहाडे अंदर बाहर चारों पासे ही उजाला हो जाएगा। और जिथे प्रभु के नाम का दीवा जग गया, उत्थे भी दुखों के अंधेरे आप ही दौड़ जाते। बाबा फरीद कहते यही कारण है। तू पूछ रहा है दुनिया के इन्ने दुख क्यों है, ये तो वही गल है, घर च इन्ना अंधेरा क्यों है। चिराग जगाओ अंधेरा दूर हो जाएगा, प्रभु का सिमरन करो तो की होएगा, दुख दूर हो जाएंगे। क्योंकि दुख भी तो अंधेरा ही है। जो इंसान के जीवन च इन्नियां तकलीफां परेशानियां का अंधेरा है, इको ही दीवा, इको ही चिराग है जिहड़ा ये सारियां परेशानियां दुखों को दूर कर सकता है। वो है प्रभु का नाम, वो है प्रभु का सिमरन, वो है प्रभु का शब्द। इसलिए जे तुसी भी चाहते हो कि जिदा संत दादू दयाल ने कहा है कि राम नाम मणि दीप धर, राम नाम मणि दीप धर, जीव देहरी द्वार, दादू बाहर भीतरे जो चाहे उजियार। उजियार का मतलब उजाला। और इत्थे संत दादू दयाल कहते कि राम नाम दी मणि, क्योंकि एक मणि होंदी है, एक तो चिराग होंदा है जिहदे च तेल पाओ, बत्ती पाओ तो फिर जगदा है। हुण तेल मुक गया, बत्ती बुझ गई, बत्ती मुक गई तो चिराग बुझ जाएगा। पर इत्थे तां संत दादू दयाल ने परमात्मा के नाम नूं मणि कहा है, क्योंकि मणि जिहनूं ना तेल की लोड़ है ना बत्ती की लोड़ है, क्योंकि मणि के अपने अंदर ही बहुत प्रकाश होंदा है। तुसीं मणि अंधेरे च रख दोगे तो उसकी रोशनी चारों पासे फैल जाएगी। और ये मणि जिहड़ी सर्प के सिर ते हुंदी है, और कई बार कहा गया है कि सप भी मणि के उजाले विच उस दियां बूंदां चुगदा है। जरा गौर करना, क्योंकि मणि की इन्नी रोशनी होंदी है कि सप ओहदी रोशनी विच कई बार कीटां नूं खांदा है, कई बार